ਸ਼੍ਰੀ ਅਕਾਲ ਜੀ। ਤੁਸੀਂ ਜੁੜੇ ਹੋਏ ਆਪਣੇ ਹਰਮਨ ਪਿਆਰੇ ਚੈਨਲ ਸਾਂਝਾ ਪੰਜਾਬ ਦੇ ਨਾਲ ਤੇ ਮੈਂ ਤੁਹਾਡੀ ਆਪਣੀ ਹੋਸਟ ਤੇ ਦੋਸਤ ਰਵੀ ਮਨਹਾਸ ਇੱਕ ਵਾਰੀ ਫੇਰ ਹਾਜ਼ਰ ਹਾਂ ਇੱਕ ਨਵੀਂ ਚਰਚਾ ਦੇ ਨਾਲ, ਇੱਕ ਨਵੇਂ ਗੈਸਟ ਦੇ ਨਾਲ। ਉਮੀਦ ਕਰਦੀ ਹਾਂ ਅੱਜ ਦਾ ਵੈਦਰ ਜਿਹੜੀ ਰਿਮਝਿਮ ਬਾਰਿਸ਼ ਹੋ ਰਹੀ ਹੈ ਤੁਸੀਂ ਜ਼ਰੂਰ ਇੰਜੋਏ ਕਰ ਰਹੇ ਹੋਗੇ। ਸਮੋਸੇ ਤੇ ਜਲੇਬੀਆਂ ਮੰਗਵਾਈਆਂ ਨੇ, ਜੇ ਨਹੀਂ ਤੇ ਮੰਗਵਾ ਲਓ ਕਿਉਂਕਿ ਇਹ ਮੌਸਮ ਸ਼ਾਮ ਤੱਕ ਹਲੇ ਇੱਦਾਂ ਹੀ ਰਹਿਣ ਵਾਲਾ ਆ। ਸੋ ਚਲੋ ਆਪਾਂ ਅੱਜ ਦੀ ਚਰਚਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਗੈਸਟ ਨਾਲ ਮਿਲਾਉਣੀ ਹੈ। ਸਾਡੇ ਸਟੂਡੀਓ ਵਿੱਚ ਅੱਜ ਹਾਜ਼ਰ ਨੇ ਨਵਦੀਪ ਗਿੱਲ, ਜਿਨ੍ਹਾਂ ਨੂੰ ਬਹੁਤੇ ਲੋਕੀ ਮੀਕਾ ਚੀਮਾ ਗਿੱਲ ਹੋਣਾ ਦੇ ਨਾਂ ਨਾਲ ਵੀ ਜਾਣਦੇ ਆ। ਹੈਲੋ ਮੀਕਾ, ਹਾਊ ਆਰ ਯੂ? ਆਈ ਐਮ ਗੁੱਡ, ਥੈਂਕਸ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੇ ਸਾਰੇ ਹੀ ਸਰੋਤਿਆਂ ਨੂੰ ਮੈਂ ਨਵਦੀਪ ਗਿੱਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਵੀ ਰਵੀ। You're welcome, Nivika. Welcome to the studio. Thank you so much. Thank you for having me today. How your day going today? ਸੀ ਜਿਵੇਂ ਤੁਸੀਂ ਦੱਸਿਆ ਜੀ ਤੇ ਮੇਰਾ ਵੀ ਕਰ ਰਿਹਾ ਵੀ ਸਮੋਸੇ ਤੇ ਜਲੇਬੀਆਂ ਖਾਧੀਆਂ ਜਾਣ। ਹਾਂਜੀ ਸੋ ਮੌਸਮ ਆਪਾਂ ਮੰਗਾ ਲੈਂਦੇ ਹਾਂ। ਹਾਂਜੀ ਡੈਫੀਨੇਟਲੀ ਜੀ। ਸੋ ਵੈਲਕਮ। ਸੋ ਵਿਊਅਰਸ, ਅਸੀਂ ਮੀਕਾ ਜੀ ਨੂੰ ਅੱਜ ਇੱਥੇ ਇੱਕ ਖਾਸ ਚਰਚਾ ਵਾਸਤੇ ਬੁਲਾਇਆ ਹੈ। ਜਿਵੇਂ ਕਿ ਬਹੁਤ ਸਾਰੇ ਸਾਡੇ ਜਿਹੜੇ ਬ੍ਰੈਂਪਟੋਨੀਅਨ ਨੇ ਜਾਂ ਫੀਲ ਰੀਜਨ ਦੇ ਲੋਕ ਨੇ ਉਹ ਜਾਣਦੇ ਹੋਣਗੇ ਕਿ ਮੀਕਾ ਜੀ ਕੁਝ ਬਹੁਤ ਹੀ ਸੋਸ਼ਲ ਐਕਟਿਵਿਸਟ ਦੇ ਤੌਰ 'ਤੇ ਕੰਮ ਕਰਦੇ ਨੇ ਅਤੇ ਟਾਈਮ ਟੂ ਟਾਈਮ ਉਹ ਸਾਡੀ ਕਮਿਊਨਿਟੀ ਲਈ ਦੇ ਜਿੰਨੇ ਵੀ ਇਸ਼ੂਜ਼ ਨੇ ਉਹਨਾਂ ਦੀ ਸਪੋਰਟ ਵਿੱਚ, ਸਮ ਟਾਈਮ ਉਹਨਾਂ ਦੇ ਅਪੋਜ਼ ਵਿੱਚ ਖੜ੍ਹੇ ਰਹਿੰਦੇ ਨੇ ਅਤੇ ਉਹਨਾਂ ਨੂੰ ਰੈਲੀਆਂ ਵੀ ਕਰਦੇ ਨੇ। ਲੇਟੈਸਟ ਜਿਹੜੀ ਮੈਂ ਉਹਨਾਂ ਨੂੰ ਜਿਸ ਗੱਲ ਲਈ ਬੁਲਾਇਆ ਹੈਗਾ ਉਹ ਹੈਗਾ ਕਿ ਸਾਡੇ ਪੰਜਾਬ ਵਿੱਚ ਜਿਹੜਾ ਅੱਜ ਕੱਲ੍ਹ ਕਿਸਾਨਾਂ ਦਾ ਜਿਹੜਾ ਰੋਸ ਮੁਜ਼ਾਹਰੇ ਚੱਲ ਰਹੇ ਨੇ, ਇਹ ਜਿਹੜਾ ਆਰਡੀਨੈਂਸ ਉਹਨਾਂ ਪਾਸ ਕੀਤਾ ਆ ਗੌਰਮੈਂਟ ਨੇ ਅਤੇ ਉਹ ਇਸ ਦੇ ਕਹਿ ਲਓ ਕਿ ਅਪੋਜ਼ ਦੇ ਵਿੱਚ ਇਸ ਆਰਡੀਨੈਂਸ ਨੂੰ ਵਾਪਸ ਲੈਣ ਦੇ ਵਾਸਤੇ ਜਿਹੜੇ ਪੰਜਾਬ ਵਿੱਚ ਕਿਸਾਨਾਂ ਨੇ ਵੀ ਧਰਨੇ ਦਿੱਤੇ ਨੇ, ਉਹਨਾਂ ਦੀ ਸਪੋਰਟ ਲਈ ਉਹ ਇੱਥੇ ਸਾਡੇ ਕੈਨੇਡਾ, ਸਾਡੇ ਬਰੈਂਪਟਨ ਵਿੱਚ ਰੈਲੀਆਂ ਕਰਦੇ ਨੇ। ਲਾਸਟ ਵੀਕ ਵੀ ਉਹਨਾਂ ਨੇ ਕੀਤੀ ਸੀ। ਸੋ ਉਹ ਇਹ ਸਾਰੇ ਓਵਰਆਲ ਮੁੱਦੇ ਨੂੰ ਕਿੱਦਾਂ ਦੇਖਦੇ ਨੇ ਅਤੇ ਸਾਨੂੰ ਹੋਰ ਕੀ ਇਸ ਲਈ ਜਾਣਕਾਰੀ ਦੇਣਗੇ, ਇਹ ਡਿਸਕਸ ਕਰਨ ਲਈ ਅੱਜ ਅਸੀਂ ਮੀਕਾ ਜੀ ਨੂੰ ਆਪਣੇ ਸਟੂਡੀਓ ਵਿੱਚ ਬੁਲਾਇਆ ਆ। ਸੋ ਮੀਕਾ ਜੀ, ਕਿੱਥੋਂ ਸ਼ੁਰੂ ਕਰਦੇ ਹਾਂ? ਇੱਥੋਂ ਸ਼ੁਰੂ ਕਰਦੇ ਹਾਂ ਕਿ ਜਿਹੜੇ ਆਰਡੀਨੈਂਸ ਮੋਦੀ ਸਰਕਾਰ ਨੇ ਸਾਡੇ ਪੰਜਾਬ ਦੇ ਕਿਸਾਨਾਂ 'ਤੇ ਇਹ ਥੋਪ ਦਿੱਤਾ ਹੈ ਨਾ ਜ਼ਬਰਦਸਤੀ, ਇਹ ਐਕਚੁਅਲੀ ਮੋਟਾ ਹੈ ਕੀ? ਕੁਝ ਕੁ ਇਹਨਾਂ ਦੇ ਮੇਨ ਪੁਆਇੰਟ ਸਾਡੇ ਵਿਊਅਰਸ ਨਾਲ ਡਿਸਕਸ ਕਰੋਗੇ ਤੁਸੀਂ? ਹਾਂਜੀ ਰਵੀ, ਜਿੱਦਾਂ ਕਿ ਮੈਨੂੰ ਬਹੁਤਾ ਤੇ ਦੱਸਣ ਦੀ ਲੋੜ ਨਹੀਂ ਕਿਉਂਕਿ ਇਹ ਅੱਜ ਕੱਲ੍ਹ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਪੱਖ ਦੇ ਮਸਲਿਆਂ ਦੇ ਵਿੱਚ ਇੱਕ ਮਸਲਾ ਆਇਆ ਹੋਇਆ ਹੈ ਕਿ ਜਿਵੇਂ ਸੈਂਟਰ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਕਿਸਾਨਾਂ ਦੇ ਫੇਵਰ ਦੇ ਵਿੱਚ ਹੀ ਕਹਿ ਲਓ ਇੱਕ ਮੰਡੀਕਰਨ ਦਾ ਸਟਰਕਚਰ ਸੀਗਾ, ਜਿਹਦੇ ਵਿੱਚ ਕਿ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਜਾਂਦਾ ਸੀ, ਉੱਥੇ ਉਹਨੂੰ MSP ਯਾਨੀ ਕਿ ਮਿਨੀਮਮ ਸੇਲਸ ਪ੍ਰਾਈਸ ਦੇ ਹਿਸਾਬ ਨਾਲ ਉਹਨੂੰ ਪਤਾ ਸੀ ਕਿ ਮੇਰੀ ਇੰਨੇ ਦੀ ਕਣਕ ਵਿਕੇਗੀ ਜਾਂ ਚਾਵਲ ਵਿਕਣਗੇ, ਹੈ ਨਾ। ਸੋ ਉਹਦੇ ਵਿੱਚ ਉਹ ਇੱਕ ਮੰਡੀਕਰਨ ਦਾ ਇੱਕ ਬਹੁਤ ਹੀ ਸਕਸੈਸਫੁਲ ਢਾਂਚਾ ਕੰਮ ਕਰ ਰਿਹਾ ਸੀਗਾ ਅਤੇ ਉਹਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਹੀ ਸੀ, ਜਦੋਂ ਮੰਡੀ ਦੇ ਵਿੱਚ ਕਿਸਾਨ ਫਸਲ ਵੇਚਦਾ ਸੀ ਉਹਦਾ ਅਬਾਊਟ 3% ਇੱਕ ਕਿਸਾਨ ਯੂਨੀਅਨਸ ਦੇ ਕੋਲ ਜਾਂਦਾ ਸੀ, ਜਿਹਦੇ ਵਿੱਚ ਕਿ ਉਹ ਡਿਫਰੈਂਟ ਤਰੀਕਾਂ ਦੇ ਨਾਲ ਕਿਸਾਨਾਂ 'ਤੇ ਉਹਨੂੰ ਯੂਜ਼ ਕਰਦੇ ਸੀ। ਇਹਨਾਂ ਦੇ ਵਿੱਚੋਂ ਇੱਕ ਇਹ ਵੀ ਬੜਾ ਵੱਡਾ ਪਹਿਲੂ ਸੀ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕੀ ਨਹੀਂ ਹੋ ਸਕਦੀ ਸੀਗੀ। ਸੋ ਜੇ ਕਰਨ ਦੀ ਲੋੜ ਪੈਂਦੀ ਸੀ ਤੇ ਉਹਦੇ ਵਿੱਚੋਂ ਉਹਨੂੰ ਸਪੋਰਟ ਕਰਦੇ ਸੀ, ਜਿਹੜਾ 3% ਉਹਨਾਂ ਕੋਲ ਜਾਂਦਾ ਸੀ। ਹਾਂ, ਸੋ ਇੱਕ ਬਹੁਤ ਹੀ ਅੱਛਾ ਸਿਸਟਮ ਜਿਹੜਾ ਚੱਲ ਰਿਹਾ ਸੀਗਾ, ਉਹਨੂੰ ਸੈਂਟਰ ਸਰਕਾਰ ਨੇ ਖਤਮ ਕਰਨ ਦੀ ਯੋਜਨਾ ਦੇ ਵਿੱਚ ਇਹ ਆਰਡੀਨੈਂਸ ਪਾਸ ਕੀਤੇ ਨੇ। ਹਾਂ, ਉਹ ਕਹਿੰਦੇ ਨੇ ਕਿ MSP ਨਹੀਂ ਹਟਾਈ, ਤੁਸੀਂ ਔਨਲਾਈਨ ਵੇਚ ਸਕਦੇ ਹੋ, ਤੁਸੀਂ ਇਹ ਕਰ ਸਕਦੇ ਹੋ। ਮੈਂ ਤੁਹਾਨੂੰ ਰਵੀ ਇੱਕ ਗੱਲ ਪੁੱਛਦੀ ਹਾਂ, ਆਪਾਂ ਨੂੰ ਇੱਥੇ ਰਹਿੰਦਿਆਂ ਨੂੰ ਇੰਨੀ ਦੇਰ ਹੋ ਗਈ, ਹਾਲੇ ਔਨਲਾਈਨ ਜਾ ਕੇ ਜਾਂ ਇੱਦਾਂ ਕਰਨ ਜਿਹੜੇ ਆਪਾਂ ਓਲਡ ਸਕੂਲ ਪੀਪਲ ਨਾ, ਆਪਾਂ ਹਾਲੇ ਵੀ ਕੰਫਰਟੇਬਲ ਨਹੀਂ ਫੀਲ ਕਰਦੇ। ਅਤੇ ਜਿਹੜਾ ਇੱਕ ਅਨਪੜ੍ਹ ਕਿਸਾਨ ਹੈਗਾ ਜਾਂ ਪੜ੍ਹਿਆ ਲਿਖਿਆ ਵੀ ਹੈਗਾ, ਕਿੰਨਾ ਕੁ ਹੈਗਾ ਕਿ ਉਹ ਕਿਵੇਂ ਇਸ ਸਿਸਟਮ ਦੇ ਵਿੱਚ ਆ ਜਾਣਗੇ, ਪਹਿਲੀ ਗੱਲ। ਤੇ ਫਿਰ ਨੰਬਰ 2 'ਤੇ ਇਹ ਢਾਂਚਾ ਸਾਰੇ ਬਾਕੀ ਕਈ ਸੂਬਿਆਂ ਵਿੱਚ ਜਿਵੇਂ ਬਿਹਾਰ ਜਾਂ ਹੋਰ ਕਈ ਸੂਬਿਆਂ ਦੇ ਵਿੱਚ ਫੇਲ ਹੋ ਚੁੱਕਿਆ ਹੈ। ਬਿਹਾਰ ਦੇ ਵਿੱਚ ਜਿਹੜਾ 2 ਜਾਂ 5 ਏਕੜ ਦਾ ਮਾਲਕ ਕਿਸਾਨ ਹੈਗਾ, ਉਹ
ਉਹ ਪੰਜਾਬ ਜਾ ਕੇ ਦਿਹਾੜੀ ਕਰਦਾ, ਠੀਕ ਹੈ ਨਾ। ਸੋ ਇਹ ਜਿਹੜਾ ਇੱਕ ਮੰਡੀਕਰਨ ਦਾ ਸਿਸਟਮ ਪੰਜਾਬ ਦੇ ਵਿੱਚ ਜੋ ਕਿ ਸਕਸੈਸਫੁਲ ਸੀ, ਹਰਿਆਣਾ ਦੇ ਵਿੱਚ ਤੇ ਯੂਪੀ ਦੇ ਵਿੱਚ ਸੀਗਾ, ਬਚ ਗਿਆ। ਇਹ ਸਰਕਾਰ ਨੇ ਹੁਣ ਉਹਨੂੰ ਉੱਥੇ ਖਤਮ ਕਰਨ ਦੀ ਯੋਜਨਾ ਦੇ ਨਾਲ ਇਹ ਆਰਡੀਨੈਂਸ ਪਾਸ ਕੀਤੇ ਨੇ। ਪਤਾ ਨਹੀਂ ਉਹ ਕਿਹੜੇ ਦਿਲ ਦੇ ਨਾਲ ਜਾਂ ਕਿਹੜੀ ਉਹਨਾਂ ਦੀ ਸਬਕੌਂਸ਼ੀਅਸ ਉਹਨਾਂ ਨੂੰ ਅਲਾਉ ਕਰਦੀ ਹੈ ਕਿ ਬੈਠ ਕੇ ਭਾਸ਼ਣ ਦਿੰਦੇ ਨੇ ਵੀ ਇਹ ਕਿਸਾਨਾਂ ਦੇ ਫੇਵਰ ਵਿੱਚ ਨੇ। ਮੈਂ ਪੁੱਛਦੀ ਹਾਂ, ਤੁਸੀਂ ਮੁੱਠੀ ਭਰ ਲੋਕ ਹੋ ਜਿਹੜੇ ਉੱਥੇ ਬੈਠ ਕੇ ਫੈਸਲੇ ਕਰਦੇ ਹੋ, ਤੇ ਸਾਰੇ ਕਿਸਾਨ ਜਿਹੜੇ ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ ਸੜਕਾਂ ਤੇ ਆ ਗਏ ਹੋਏ ਨੇ, ਉਹ ਕੀ ਬੇਵਕੂਫ ਨੇ? ਤੁਸੀਂ ਉਹਨਾਂ ਦੇ ਖਿਲਾਫ ਕੁਝ ਕੀਤਾ ਹੈ ਤੇ ਉਹ ਸੜਕਾਂ ਤੇ ਆਏ ਨੇ ਨਾ। ਸੋ ਡੋਂਟ ਟੈਲ ਦੈਮ। ਜੇ ਮੈਂ ਤੁਹਾਨੂੰ ਕੁਝ ਫਾਇਦਾ ਕਰਨਾ ਚਾਹਨੀ ਆ, ਮੈਨੂੰ ਤੁਹਾਨੂੰ ਤੇ ਪੁੱਛਣਾ ਚਾਹੀਦਾ ਨਾ, ਰਵੀ ਮੈਂ ਤੁਹਾਡੇ ਲਈ ਆ ਸਟੈਪ ਕਰਦੀ ਆ, ਹੋ ਸਕਦਾ ਮੇਰੇ ਲਈ ਉਹ ਠੀਕ ਹੋਵੇ ਪਰ ਤੁਹਾਡੇ ਲਈ ਉਹ ਨਹੀਂ ਠੀਕ ਹੋ ਸਕਦਾ। ਸੋ ਤੁਹਾਡੀ ਤੇ ਕੋਈ ਇਨਪੁਟ ਹੀ ਨਹੀਂ ਹੈ, ਤੁਹਾਡੇ ਤੇ ਮੈਂ ਥੋਪਦਾ, ਤੇ ਜਦੋਂ ਤੁਸੀਂ ਕਹੋ ਵੀ ਨਹੀਂ ਮਿੱਕਾ ਇਹ ਮੇਰੇ ਫੇਵਰ 'ਚ ਨਹੀਂ ਹੈ, ਤੇ ਉਦੋਂ ਮੈਂ ਉਹਨੂੰ ਵਾਪਸ ਹੀ ਨਾ ਲਵਾਂ ਜਾਂ ਉਹਦੇ 'ਚ ਕੋਈ ਸ਼ੋਧ ਨਾ ਕਰ ਸਕਾਂ। ਸੋ ਇਹ ਤੇ ਧੱਕਾ ਹੋ ਗਿਆ ਨਾ। ਸੋ ਇਹ ਧੱਕੇ ਦੇ ਖਿਲਾਫ ਜਿੱਥੇ ਸਾਰੇ ਕਿਸਾਨ ਇੰਡੀਆ ਦੇ ਵਿੱਚ ਜਾਂ ਪੰਜਾਬ 'ਚ ਜਿੱਥੇ ਜਿੱਥੇ ਬੈਠੇ ਸੜਕਾਂ ਤੇ ਆਏ ਹੋਏ ਨੇ, ਉਸੇ ਤਰ੍ਹਾਂ ਇੱਥੇ ਵੀ ਕਈ ਆਰਗੇਨਾਈਜੇਸ਼ਨਸ ਨੇ ਇਹ ਰੋਸ ਰੈਲੀਆਂ ਕੀਤੀਆਂ। ਜਿਹੜੀ ਕਿ ਪਹਿਲੀ ਇੱਕ ਇੱਥੇ ਬਹੁਤ ਹੀ ਵਧੀਆ ਇੰਟਰਨੈਸ਼ਨਲ ਸਟੂਡੈਂਟਸ ਨੇ ਕੀਤੀ ਸੀਗੀ, ਉਹਦੇ ਵਿੱਚ ਜੋਤੀ ਮਾਨ ਜੀ ਉਹਨਾਂ ਨੇ ਅਗਵਾਈ ਕੀਤੀ ਸੀਗੀ, ਹਰਪ੍ਰੀਤ ਨੇ। ਸੋ ਅਸੀਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ। ਫਿਰ ਸਿੱਖ ਮੋਟਰਸਾਈਕਲ ਕਲੱਬ ਆਫ ਅੰਟੈਰੀਓ ਤੇ ਕਈ ਸਿੱਖ ਜਥੇਬੰਦੀਆਂ ਦੇ ਨਾਲ ਰਲ ਕੇ ਉਹਨਾਂ ਨੇ ਬੜੀ ਕਾਮਯਾਬ ਰੈਲੀ ਕੱਢੀ, ਜਿਹਦੇ 'ਚ ਕਿ ਕਾਫੀ ਮੋਟਰਸਾਈਕਲ, ਜੀਪਸ, ਕਾਰਸ। ਇਟ ਵਾਜ਼ ਅ ਵੈਰੀ ਲੌਂਗ ਸਕਸੈਸਫੁਲ ਰੈਲੀ, ਜਿੱਥੇ ਕਿ ਉਹਨਾਂ ਨੇ ਜਾਣੂ ਕਰਵਾਇਆ ਕਿ ਆਰਡੀਨੈਂਸ ਦੇ ਵਿੱਚ ਕੀ ਹੈ, ਆਪਾਂ ਕਿੱਦਾਂ ਇਹਨੂੰ ਸਪੋਰਟ ਕਰ ਸਕਦੇ ਹਾਂ। ਫਿਰ ਪਿਛਲੇ ਸੰਡੇ ਫਿਰ ਇੱਕ ਉਹੀ ਜੋਤੀ ਮਾਨ ਹੋਰਾਂ ਨੇ ਤੇ ਬੱਚਿਆਂ ਨੇ ਰਲ ਕੇ ਬੜੀ ਸਕਸੈਸਫੁਲ, ਬਹੁਤ ਹੀ ਵੱਡੀ ਵਿਸ਼ਾਲ ਰੈਲੀ ਕੀਤੀ। ਤੇ ਉਹਨਾਂ ਸਾਰੀਆਂ ਦੇ ਵਿੱਚ ਮੈਨੂੰ ਪਾਰਟਿਸਿਪੇਟ ਕਰਨ ਦਾ ਅਸੀਂ ਵੀ ਮੇਡ ਸ਼ੋਰ ਦੈਟ ਵੀ ਵੈਂਟ ਦੇਅਰ ਐਂਡ ਸਪੋਰਟਡ ਦੈਮ। ਤੇ ਇੱਦਾਂ ਬਿਲਕੁਲ ਜੀ, ਬਿਲਕੁਲ। ਮੈਂ ਆਪਣੇ ਵਿਊਅਰਸ ਨੂੰ ਦੱਸਦਾ ਕਿ ਜਿਵੇਂ ਕਿ ਮੀਕਾ ਜੀ ਹੋਣੀ ਹੈ ਜਿਹੇ ਰੈਲੀਆਂ ਦੇ ਨਾਲ ਜੁੜੇ ਹੋਏ ਨੇ, ਇਹ ਸਾਨੂੰ ਟਾਈਮ ਤੋਂ ਟਾਈਮ ਦੱਸਦੇ ਰਿਹਾ ਕਰਨਗੇ ਕਿ ਨੈਕਸਟ ਰੈਲੀ ਕਿਹੜੀ ਹੋਣ ਵਾਲੀ ਆ, ਤੇ ਅਸੀਂ ਆਪਣੇ ਚੈਨਲ ਦੇ ਥਰੂ ਤੁਹਾਨੂੰ ਉਹ ਜ਼ਰੂਰ ਅਪਡੇਟ ਦਿੰਦੇ ਰਹਾਂਗੇ। ਤੇ ਚਾਹਾਂਗੇ ਕਿ ਜੇ ਤੁਹਾਡੇ ਕੋਲ ਵੀ ਟਾਈਮ ਹੈ ਤਾਂ ਤੁਸੀਂ ਤੇ ਆਪਾਂ ਸਾਰੇ ਵਿੱਚੇ ਮੈਂ ਵੀ ਇਸ ਰੈਲੀਆਂ ਨੂੰ ਜ਼ਰੂਰ ਸਪੋਰਟ ਕਰੀਏ। ਮੀਕਾ ਜੀ, ਇੱਕ ਕੁਐਸਚਨ ਮਾਈਂਡ 'ਚ ਆਉਂਦਾ ਆ ਕਿ ਅਸੀਂ ਇੱਥੇ ਬੈਠੇ ਹਾਂ ਪਰ ਉਹ ਜੋ ਸਾਰਾ ਸਟਰਕਚਰ ਆ ਉਹ ਇੰਡੀਆ ਹੋ ਰਿਹਾ ਆ, ਤੁਹਾਨੂੰ ਲੱਗਦਾ ਆ ਵੀ ਇੱਥੇ ਰੈਲੀ ਕਰਨ ਦਾ ਉੱਥੇ ਇੰਪੈਕਟ ਪਊਗਾ? ਡੈਫੀਨੇਟਲੀ। ਦੇਖੋ, ਜੇ ਨਾ ਫਰਕ ਪੈਂਦਾ ਹੋਵੇ ਤੇ ਪਿੱਛੇ ਜੇ ਜਦੋਂ ਮੋਦੀ ਜੀ ਕਿਉਂ ਵਿਦੇਸ਼ਾਂ ਵਿੱਚ ਫਿਰਦੇ ਨੇ, ਇੱਥੇ ਆ ਕੇ ਕਿਉਂ ਐਡੀਆਂ ਵਿਸ਼ਾਲ ਰੈਲੀਆਂ ਕਰਦੇ ਨੇ? ਉਹਨਾਂ ਦੇ ਮਿਲੀਅਨ ਡਾਲਰਸ ਖਰਚ ਆਉਂਦਾ ਹੈ। ਤੁਸੀਂ ਦੇਖੋ ਜਿਹੜੇ ਅਰੀਨਾ ਰੈਂਟ ਕਰਦੇ ਨੇ, ਕਿਉਂ ਕਰਦੇ ਨੇ? ਦੇ ਵਾਂਟ ਟੂ ਲੁੱਕ ਗੁੱਡ, ਠੀਕ ਹੈ। ਤੇ ਜਦੋਂ ਆਪਾਂ ਹੁਣ ਜਿਵੇਂ ਉਹਨਾਂ ਨੇ ਆਰਡੀਨੈਂਸ ਪਾਸ ਕਰਤਾ, ਜੇ ਕਰ ਦਿੰਦੇ, ਕੋਈ ਮਾਈ ਦਾ ਲਾਲ ਕੁਸਕਦਾ ਹੀ ਨਾ, ਕੋਈ ਕਿਸਾਨ ਆਂਦਾ ਹੀ ਨਾ, ਤੇ ਉਹ ਕਿੱਦਾਂ ਪਤਾ ਲੱਗਦਾ ਕਿ ਗਲਤ ਫੈਸਲੇ ਲਏ ਗਏ ਨੇ, ਹੈ ਨਾ। ਸੋ ਜਦੋਂ ਸਾਰਾ ਕਿਸਾਨ, ਹੁਣ ਤਾਂ ਦੇਖੋ ਸੋਸ਼ਲ ਮੀਡੀਆ ਜਾਂ ਨਿਊਜ਼ ਦੇ ਚੈਨਲ ਦੇ ਥਰੂ ਸਾਰੀ ਦੁਨੀਆ ਤੇ ਫਟਾਫਟ ਪਤਾ ਲੱਗ ਜਾਂਦੀ ਹੈ ਗੱਲ, ਹੈ ਨਾ। ਇਸ ਗੱਲ ਨੂੰ ਉਹਨਾਂ ਦੇ ਖਾਸ ਦੋਸਤ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਕਿ ਇਹ ਉਹਨਾਂ ਦਾ ਸਮਰਥਨ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਇੱਕ ਗਲਤ ਹੈਗਾ। ਆਪਣੇ PM ਟਰੂਡੋ ਨੇ ਵੀ ਇਹਨੂੰ ਗਲਤ ਤੇ ਨਹੀਂ, ਚਲੋ ਉਹਨਾਂ ਨੇ ਕਿਹਾ ਕਿ ਇਟ ਇਜ਼ ਅ ਫੇਲਡ ਸਿਸਟਮ, ਠੀਕ ਆ। ਇੱਥੇ ਕੈਨੇਡਾ ਦੇ ਵਿੱਚ ਜਿਵੇਂ ਕਈ ਲੋਕ ਪੁੱਛਦੇ ਨੇ ਜੀ ਕੈਨੇਡਾ ਦੇ ਵਿੱਚ ਵੀ ਨਹੀਂ ਇਹ ਹੈਗਾ। ਹਾਂਜੀ, ਕੈਨੇਡਾ ਦੇ ਵਿੱਚ ਇਹ ਸਿਸਟਮ ਨਹੀਂ ਹੈਗਾ ਮੰਡੀਕਰਨ ਦਾ, ਪਰ ਇੱਥੇ ਅਪ ਟੂ 85% ਸਬਸਿਡੀਜ਼ ਮਿਲਦੀਆਂ ਨੇ ਫਾਰਮਰ ਨੂੰ। ਠੀਕ ਹੈ, ਤੁਸੀਂ ਉਹਨਾਂ ਤੋਂ ਇੱਕ ਚੀਜ਼ ਲੈ ਲਈਏ, ਫਿਰ ਤੁਸੀਂ ਵੀ ਸਬਸਿਡੀਜ਼ ਦਿਓ ਉਹਨਾਂ ਨੂੰ, ਠੀਕ ਹੈ ਨਾ। ਇੱਕ ਮੈਂ ਕਹਿੰਦੀ ਹਾਂ 1-2 ਤੋਂ ਲੈ ਕੇ 10 ਕਿੱਲੇ ਦਾ ਕਿਸਾਨ ਦਾ ਜਿਹੜਾ ਮਾਲਕ ਹੈ ਨਾ, ਕਿਸਾਨ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਉਹ ਕਿੱਡਾ ਕੁ ਰਾਜਾ ਹੈਗਾ ਜਾਂ ਕਿੱਡਾ ਕੁ ਉਹ ਹੈਗਾ। ਉਹ ਵਿਚਾਰੇ ਮਸਾਂ ਤੇ ਸਾਰਾ ਸਾਲ ਮਿਹਨਤ ਕਰਕੇ ਸਾਰਾ ਟੱਬਰ ਕਣਕ ਪਾਲਦੇ ਨੇ ਜਾਂ ਜੀਰੀ ਪਾਲਦੇ ਨੇ ਜਾਂ ਆਪਣੀ ਫਸਲ ਪਾਲਦੇ ਨੇ। ਫਿਰ ਮੌਸਮ ਦੀਆਂ ਤਕਲੀਫਾਂ ਉਹਨਾਂ ਨੂੰ, ਕਈ ਵਾਰੀ ਐਂਡ ਪੱਕੀ ਫਸਲ ਤੇ ਗੜਾ ਪੈ ਜਾਂਦਾ ਹੈ ਨਾ, ਫਿਰ ਕਈ ਵਾਰੀ ਸੁੱਟੀ ਹੋਈ ਫਸਲ ਮੰਡੀ ਦੇ ਵਿੱਚ ਭਿੱਜ ਜਾਂਦੀ ਹੈ। ਉਹ ਵਿਚਾਰਾ ਸਾਰਾ ਸਾਲ ਰਾਖੀ ਕਰਦਾ ਰਹਿੰਦਾ ਹੈ ਤੇ
ਆਪਾਂ ਦੇਖਦੇ ਹਾਂ ਕਿ ਕਿੰਨੀਆਂ ਕੋ ਮੌਤ ਸੁਸਾਈਡਸ ਕਰ ਰਹੇ ਨੇ, ਕਿੰਨੇ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਦੇਖੋ, ਉਹਨਾਂ ਦੇ ਬੱਚਿਆਂ ਦੀ ਹਾਲਤ ਦੇਖੋ। ਇਸ ਸਰਕਾਰ ਨੂੰ ਐਡਾ ਕੀ ਖਤਰਾ ਪੈ ਗਿਆ ਸੀਗਾ ਇੱਕ ਛੋਟੇ ਕਿਸਾਨ ਤੋਂ ਜਿਹੜਾ ਇਹਨਾਂ ਦੇ ਮਗਰ ਪੈ ਗਿਆ। ਮੈਂ ਪੁੱਛਣਾ ਚਾਹਾਂਗੀ ਇੰਡੀਆ ਦੀ ਸਰਕਾਰ ਨੂੰ ਜਾਂ ਜਿਹੜੇ ਮਿਨਿਸਟਰਾਂ ਨੇ ਰੂਲ ਬਣਾਏ ਨੇ ਕਿ ਕਿੰਨਾ ਕੁ ਇਹ ਰੱਜਿਆਂ ਦਾ ਢਿੱਡ ਭਰੀ ਜਾ ਰਹੇ ਨੇ, ਉਹਨਾਂ ਨੂੰ ਹੋਰ ਸਹੂਲਤਾਂ ਦੇਈ ਜਾ ਰਹੇ ਨੇ, ਤੇ ਜਿਹੜਾ ਭੁੱਖ ਹੈ ਉਹਨੂੰ ਮਾਰੀ ਜਾ ਰਹੇ ਨੇ। ਕੀ ਇਹਨਾਂ ਨੇ ਰੋਟੀ ਹੀ ਖਾਣੀ ਹੈ ਨਾ ਐਂਡ ਆਫ ਦ ਡੇ, ਔਰ ਉਹ ਵੀ ਉਸ ਕਿਸਾਨ ਨੇ ਬਣਾਉਣੀ ਹੈ ਜਿਹਦੀ ਕਿ ਤੁਸੀਂ ਢਿੱਡ ਨੂੰ ਲੱਤ ਮਾਰ ਰਹੇ ਹੋ। ਸੋ ਇਹ ਮੈਨੂੰ ਬਹੁਤ ਹੀ ਘਟੀਆ ਫੈਸਲਾ ਲੱਗਿਆ ਹੈ ਇੰਡੀਆ ਸਰਕਾਰ ਦਾ। ਤੇ ਜੇ ਸਾਰਾ ਚਲੋ ਤੁਸੀਂ ਪਾਸ ਕਰ ਲਿਆ, ਮੈਂ ਕਹਿੰਦੀ ਹਾਂ ਤੁਸੀਂ ਕਿਸੇ ਪ੍ਰੈਸ਼ਰ ਦੇ ਥੱਲੇ ਆ ਕੇ ਪਾਸ ਕਰ ਲਿਆ, ਉਹਦੇ ਵਿੱਚ ਸ਼ੋਧ ਕਰੋ, ਉਹਦੇ ਵਿੱਚ ਅਮੈਂਡਮੈਂਟਸ ਕਰੋ, ਜਾਂ ਤੁਸੀਂ ਇਹ ਚੀਜ਼ ਉਹਨਾਂ ਤੋਂ ਲੈ ਲਈ, ਉਹਨਾਂ ਨੂੰ ਕਹੋ ਕਿ ਠੀਕ ਹੈ ਤੁਹਾਨੂੰ ਇੰਨੀ ਅਸੀਂ ਸਬਸਿਡੀ ਦਿੰਦੇ ਹਾਂ, ਜਾਂ ਹੋਰ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਪੋਰਟ ਕਰੋ, ਉਹਨਾਂ ਦੀ ਬਿਜਲੀ ਮਾਫ ਕਰੋ, ਉਹਨਾਂ ਨੂੰ ਹੋਰ ਸਹੂਲਤਾਂ ਦਿਓ, ਉਹਨਾਂ ਨੂੰ ਇਹਨਾਂ ਦੇ ਕਰਜ਼ੇ ਇੰਨੇ ਮਾਫ ਕੀਤੇ ਜਾਂਦੇ ਨੇ। ਕਿਸਾਨਾਂ ਦੇ ਕਰਜ਼ੇ ਤੇ ਕਿਸੇ ਸਰਕਾਰ ਨੇ ਵੀ ਨਹੀਂ ਮਾਫ ਕੀਤੇ ਹੈਗੇ। ਬਿਲਕੁਲ ਇਹ ਜਿਹੜੇ ਸੋ ਕਾਲਡ ਧਨਾੜ ਨੇ, ਇਹਨਾਂ ਦੇ ਜਿਹੜੇ 2-4 ਫੈਮਲੀਆਂ ਇੰਡੀਆ ਦੇ ਵਿੱਚ ਮੇਨ ਨੇ ਅਮੀਰ, ਇਹਨਾਂ ਦੇ ਤੁਸੀਂ ਦੇਖੋ ਇੰਨੇ 1000 ਕਰੋੜ ਮਾਫ, ਇੰਨੇ 1000 ਕਰੋੜ ਮਾਫ ਕਾਹਦੇ ਤੋਂ ਬਈ? ਤੁਸੀਂ ਉਹਨਾਂ ਨੇ ਹੀਰੇ ਜਵਾਹਰਾਤ ਤੇ ਨਹੀਂ ਨਾ ਖਾਣੇ ਐਂਡ ਆਫ ਦ ਡੇ, ਉਹਨਾਂ ਨੇ ਰੋਟੀ ਵੀ ਖਾਣੀ, ਔਰ ਉਹ ਵੀ ਉਸ ਕਿਸਾਨ ਨੇ ਬਣਾਉਣੀ ਹੈ ਜਿਹਦੀ ਕਿ ਢਿੱਡ ਨੂੰ ਤੁਸੀਂ ਲੱਤ ਮਾਰ ਰਹੇ ਹੋ। ਬਿਲਕੁਲ ਬਿਲਕੁਲ ਮੀਕਾ ਤੁਹਾਡੀ ਗੱਲ ਤੇ ਬਿਲਕੁਲ ਸਹਿਮਤ ਹਾਂ, ਕਿਉਂਕਿ ਇਸ ਆਰਡੀਨੈਂਸ ਦੇ ਆਉਣ ਤੋਂ ਪਹਿਲਾਂ ਵੀ ਕਿਸਾਨਾਂ ਦੀ ਹਾਲਤ ਤੇ ਬਹੁਤ ਹੀ ਜ਼ਿਆਦਾ ਮਾੜੀ ਸੀਗੀ, ਤੇ ਉਦੋਂ ਸੁਸਾਈਡ ਤੇ ਉਹਨਾਂ ਦੇ ਵੈਸੇ ਹੀ ਨਹੀਂ ਰੁਕ ਰਹੇ ਸੀਗੇ, ਤੇ ਹੁਣ ਤੇ ਤੇ ਹੋਰ ਕਹਿ ਲਓ ਵੀ ਹੋਰ ਮਾਰ ਪੈ ਗਈ ਉੱਤੋਂ ਦੀ। ਬਿਲਕੁਲ, ਹੁਣ ਉਹਨਾਂ ਦੀਆਂ ਜ਼ਮੀਨਾਂ ਦੇਖੋ ਕਿਵੇਂ ਜਾਣਗੀਆਂ, ਕਿਉਂਕਿ ਕੋਈ ਰੂਲ ਹੀ ਨਹੀਂ ਰਹਿਣੇ ਉਹਨਾਂ ਨੂੰ ਬਚਾਉਣ ਦੇ। ਕੁਝ ਇੱਦਾਂ ਦਾ ਇਹਨਾਂ ਨੇ ਢਾਂਚਾ ਬਣਾਤਾ ਹੋਇਆ ਕਿ ਉਹ ਜਿਹੜੀ ਜ਼ਮੀਨ ਹੈ ਉਹ ਅਲਟੀਮੇਟਲੀ ਜਿਹੜੇ ਕਿ ਉੱਥੋਂ ਦੇ ਕਹਿ ਲਓ ਕਿ ਰਿਚ ਪਰਸਨ ਹੋਣਗੇ ਜਾਂ ਜਿਹੜੇ ਵੀ ਉੱਥੋਂ ਦੇ ਮੁਖਤਿਆਰ ਹੋਣਗੇ ਉਹਨਾਂ ਦੇ ਹੱਥ 'ਚ ਆ ਜੂਗੀ, ਤੇ ਖਾਲੀ ਕਿਸਾਨ ਆ ਜਿਹੜਾ ਉਹ ਬਸ ਉੱਥੇ ਵਾਹੀ ਜੋਗਾ ਹੀ ਰਹਿ ਜੂਗਾ। ਬਿਲਕੁਲ ਕੁਝ ਇੱਦਾਂ ਦਾ ਸਟਰਕਚਰ ਉਹ ਇਸ ਆਰਡੀਨੈਂਸ ਤੋਂ ਪਿਕਚਰ ਕਲੀਅਰ ਹੋ ਰਹੀ ਹੈ ਵੀ ਕੁਝ ਇੱਦਾਂ ਦਾ ਕੁਝ ਹੋ ਜਾਣਾ। ਹਾਂਜੀ, ਕਿਉਂਕਿ ਉਹ ਕਹਿ ਰਹੇ ਨੇ ਕਿ ਤੁਸੀਂ ਕੰਟਰੈਕਟ ਕਰ ਸਕਦੇ ਹੋ। ਯੈਸ, ਯੂ ਆਰ ਸ਼ੋਇੰਗ ਦ ਗੁੱਡ ਪਾਰਟਸ ਆਫ ਇਟ, ਪਰ ਉਹ ਕੰਟਰੈਕਟ ਕਰਨ ਤੋਂ ਬਾਅਦ ਮੇਰੀ ਜਿਵੇਂ ਸੋਚ ਲਓ ਕਿ ਮੈਂ ਕਿਸਾਨ ਆ, ਮੇਰੇ ਕੋਲ 5 ਏਕੜ ਜ਼ਮੀਨ ਹੈ, ਤੁਹਾਡੇ ਕੋਲ ਪੈਸਾ ਹੈ, ਤੁਸੀਂ ਮੇਰੇ ਨਾਲ ਕੰਟਰੈਕਟ ਕਰਦੇ ਹੋ, ਤੁਸੀਂ 100 ਏਕੜ ਵਾਲੇ ਨਾਲ ਵਧੀਆ ਕਰੋਗੇ, 5 ਏਕੜ ਨਾਲ ਆਪਣੀ ਮਰਜ਼ੀ ਦੇ ਨਾਲ ਕਰੋਗੇ। ਸੋ ਤੁਸੀਂ ਪਿਕ ਐਂਡ ਚੂਜ਼ ਕਰੋਗੇ। ਰਾਈਟ ਨਾਓ ਹਰ ਇੱਕ ਦੇ ਲਈ ਸੇਮ ਸੀਗਾ, ਭਾਵੇਂ ਕਿਸੇ ਕੋਲ 100 ਕਿੱਲਾ ਜਾਂ 2 ਕਿੱਲੇ ਵਾਲੀ, ਉਹ ਢੇਰੀ ਸੇਮ ਸੀਗੀ ਹੈ ਨਾ। ਹਾਂ, ਸੋ ਕੁਛ ਨਮੀ ਜਾਂ ਉਹਦੀ ਕੁਆਲਿਟੀ ਚੈੱਕ ਹੁੰਦੀ ਸੀਗੀ, ਬਟ ਇਹ ਨਹੀਂ ਸੀ ਚੈੱਕ ਹੁੰਦਾ ਇਹਦੇ ਕੋਲ ਕਿੰਨੀਆਂ ਬੋਰੀਆਂ ਨੇ, ਉਸ ਹਿਸਾਬ ਨਾਲ ਪੈਸੇ ਲੱਗ ਰਹੇ ਨੇ। ਇੱਕ ਬੋਰੀ ਤੋਂ ਲੈ ਕੇ ਭਾਵੇਂ 10,000 ਬੋਰੀ ਹੈ। ਸੋ ਇਹ ਢਾਂਚਾ ਜਿਹੜਾ ਮੰਡੀਕਰਨ ਦਾ, ਉਹਨੂੰ ਜਿਹੜੇ ਖਤਮ ਕਰਨ ਦੀ ਜਿਹੜੀ ਚਾਲ ਦੇ ਵਿੱਚ ਆਰਡੀਨੈਂਸ ਪਾਸ ਕੀਤੇ ਨੇ, ਸਾਨੂੰ ਤੇ ਇਹੀ ਸਮਝ ਆਉਂਦਾ ਹੈ ਕਿ ਇਹਦੇ ਵਿੱਚ ਬਾਕੀ ਸਰਕਾਰਾਂ ਦੇ ਗੁੱਜੇ ਅੰਦਰੋਂ ਕੀ ਰੂਲ ਹੁੰਦੇ ਨੇ, ਇਹਨਾਂ ਦੀਆਂ ਕੀ ਨੀਤੀਆਂ ਹੁੰਦੀਆਂ ਨੇ, ਇਹ ਤੇ ਇਹੀ ਬਿਹਤਰ ਸਮਝਣ, ਪਰ ਮੈਨੂੰ ਤੇ ਇਹਦੇ ਵਿੱਚ ਕਿਸੇ ਕਿਸਾਨ ਦੀ ਬਿਹਤਰੀ ਨਹੀਂ ਨਜ਼ਰ ਆ ਰਹੀ। ਤੇ ਮੀਕਾ ਜੀ, ਸਾਨੂੰ ਇਹਦੇ ਵਿੱਚ ਹੋਰ ਅੱਗੇ ਡਿਸਕਸ ਕਰਦੇ ਹਾਂ। ਇੱਦਾਂ ਦੱਸੋ ਕਿ ਤੁਹਾਨੂੰ ਲੱਗਦਾ ਆ ਕਿ ਜਿਹੜਾ ਬਿੱਲ ਆ, ਲੋਕੀ ਕਹਿੰਦੇ ਆ ਵੀ ਇਹਨੂੰ ਮਾਫ ਕਰ ਦਿੱਤਾ ਜਾਵੇ ਜਾਂ ਇਹਨੂੰ ਕੈਂਸਲ ਕਰ ਦਿੱਤਾ ਜਾਵੇ, ਤੁਹਾਨੂੰ ਕੀ ਲੱਗਦਾ ਹੈ ਕਿ ਇੱਦਾਂ ਦਾ ਹੋ ਸਕਦਾ? ਨਹੀਂ, ਦੇਖੋ ਜਿਹੜੀ ਕੌਂਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਨਾ, ਜਦੋਂ ਕੋਈ ਇੱਕ ਬਿੱਲ ਪਾਸ ਹੋ ਜਾਂਦਾ ਹੈ, ਉਹਨੂੰ ਤੁਸੀਂ ਪਾਸ ਕਰਨ ਤੋਂ ਪਹਿਲਾਂ ਰੋਕ ਸਕਦੇ ਹੋ, ਪਰ ਦੇयर इज अ ਪ੍ਰੋਸੀਜਰ। ਉਹਦੇ ਵਿੱਚ ਇੱਕ ਹਾਊਸ ਪਾਸ ਕਰਦਾ, ਫਿਰ ਸੈਕਿੰਡ, ਫਿਰ ਇਹ ਮੇਰੇ ਖਿਆਲ ਰਾਸ਼ਟਰਪਤੀ ਦੇ ਸਾਈਨਾਂ ਦੇ ਨਾਲ, ਜਦੋਂ ਇੱਥੇ ਆਪਸ ਦੇ ਵਿੱਚ ਹਾਊਸ ਆਫ ਕਾਮਨਸ ਜਾਂ ਇਹ ਨਾ ਐਗਰੀ ਕਰਦੇ ਹੋਣ, ਤੇ ਫਿਰ ਰਾਸ਼ਟਰਪਤੀ ਕੋਲ ਜਾਂਦਾ ਹੈ। ਸੋ ਇਹ ਰਾਸ਼ਟਰਪਤੀ ਨੇ ਵੀ ਇਹਦੇ ਤੇ ਸਾਈਨ ਕਰ ਦਿੱਤੇ ਹੋਏ ਨੇ, ਇਹ ਬਿੱਲ ਪਾਸ ਹੋ ਗਿਆ ਹੋਇਆ ਹੈ, ਐਗਜ਼ੀਕਿਊਸ਼ਨ ਸਟੇਜ ਤੇ ਹੈ ਹੁਣ। ਹਾਂਜੀ, ਪਰ ਇਹਦੇ ਵਿੱਚ ਅਮੈਂਡਮੈਂਟਸ ਜ਼ਰੂਰ ਹੋ ਸਕਦੀਆਂ ਨੇ। ਉਹਦੇ ਵਿੱਚ ਜੋ ਕਿਸਾਨ ਮੰਗਦੇ ਨੇ ਉਹ ਤੁਸੀਂ ਅਮੈਂਡਮੈਂਟਸ ਕਰੋ। ਹੁਣ ਪਿੱਛੇ ਜੇ ਖਬਰ ਆਈ ਸੀਗੀ ਥੋੜ੍ਹੇ ਦਿਨ ਪਹਿਲਾਂ ਕਿ ਕਿਸਾਨ ਯੂਨੀਅਨਸ ਨੂੰ ਬੁਲਾਇਆ ਗਿਆ ਸੀਗਾ ਗੱਲਬਾਤ ਕਰਨ ਵਾਸਤੇ, ਪਰ ਉਹਨਾਂ ਨੇ ਪਹਿਲਾਂ ਮੰਗ ਕੀਤੀ ਸੀ ਵੀ ਕੋਈ ਐਗਰੀਕਲਚਰ ਮਿਨਿਸਟਰ ਜਾਂ ਕੋਈ ਐਵੇਂ ਦਾ ਬੰਦਾ ਸਾਡੇ ਨਾਲ ਬੈਠੇ ਜਿਹੜਾ ਕਿ ਇਹਦੇ ਵਿੱਚ ਸੰਸ਼ੋਧਨ ਕਰਨ ਦੀ
ਕਾਬਲੀਅਤ ਨਹੀਂ, ਉਹਦੇ ਕੋਲ ਕੋਈ ਰਾਈਟ ਹੋਵੇ ਕਿ ਉਹ ਸਾਡੇ ਨਾਲ ਗੱਲ ਕਰੇ ਤੇ ਵੀ ਮੈਂ ਅੱਗੋਂ ਵੀ ਤੁਹਾਡੇ ਨਾਲ ਕੋਈ ਡਿਬੇਟ ਕਰਕੇ ਕਿਸੇ ਉਹਦੇ ਮੁੱਦੇ ਤੇ ਆਉਂਦਾ। ਪਰ ਉੱਥੇ ਇਹਨਾਂ ਨੂੰ ਬੁਲਾਇਆ ਤੇ ਗਿਆ ਸੀਗਾ ਕਿ ਹਾਂ ਤੁਹਾਡੇ ਨਾਲ ਕੋਈ ਕੰਮ ਕਰ ਉਸ ਲੈਵਲ ਦਾ ਬੰਦਾ ਗੱਲ ਕਰੇਗਾ, ਬਟ ਨੋ, ਇਟ ਵਾਜ਼ ਅ ਇਨਸਲਟ। ਉੱਥੇ ਕੋਈ ਸੈਕਟਰੀ ਸੀਗੇ ਜਿਨ੍ਹਾਂ ਦੇ ਕੋਲ ਕੋਈ ਪਾਵਰ ਹੀ ਨਹੀਂ ਸੀ ਹੈਗੀ। ਸੋ ਇਹ ਇੱਕ ਉਹਨਾਂ ਨੂੰ ਬੁਲਾ ਕੇ ਮੈਂ ਕਹੂੰਗੀ ਕਿ ਇੱਕ ਇਨਸਲਟ ਕੀਤੀ ਗਈ ਸੀਗੀ, ਹੈ ਨਾ। ਸੋ ਕਿਉਂ ਨਹੀਂ ਸਰਕਾਰ ਬੈਠਦੀ ਉਹਨਾਂ ਦੇ ਨਾਲ, ਕਿਸਾਨ ਯੂਨੀਅਨ ਦੇ ਨਾਲ? ਜੇ ਤੁਸੀਂ, ਜਿਵੇਂ ਮੈਂ ਪਹਿਲਾਂ ਗੱਲ ਕਰ ਰਹੀ ਸੀ, ਮੈਂ ਤੁਹਾਨੂੰ ਕਹਿੰਦੀ ਹਾਂ ਰਵੀ ਇਹ ਤੁਹਾਡੇ ਫੇਵਰ ਵਿੱਚ ਹੈ, ਫਿਰ ਮੈਨੂੰ ਬੈਠ ਕੇ ਤੁਹਾਨੂੰ ਸਮਝਾਉਣਾ ਵੀ ਤੇ ਚਾਹੀਦਾ ਹੈ ਨਾ, ਰਾਈਟ। ਤੇ ਜੇ ਤੁਸੀਂ ਅੱਗੋਂ ਕਹਿੰਦੇ ਹੋ ਕਿ ਨਹੀਂ ਮਿੱਕਾ ਇਹ ਮੇਰੇ ਫੇਵਰ 'ਚ ਨਹੀਂ ਹੈਗੀ, ਹਾਂ, ਤੇ ਤੁਸੀਂ ਉਸ ਗੱਲ ਨੂੰ ਸੁਣੋ ਤੇ ਉਹਦੇ ਵਿੱਚ ਅਮੈਂਡਮੈਂਟਸ ਕਰੋ, ਤਾਂ ਤੇ ਹੋ ਸਕਦਾ ਇਹ। ਪਰ ਜੇ ਤੁਸੀਂ ਬੈਠ ਕੇ, ਹੁਣ ਮੈਂ ਤੁਹਾਨੂੰ ਗੱਲ ਕਰਨੀ ਬੁਲਾਵਾਂ ਤੇ ਮੈਂ ਬੈਠ ਕੇ ਹੋਰ ਕਿਸੇ ਨੂੰ ਕਹਿ ਕੇ ਚਲੀ ਜਾਵਾਂ ਮੇਰੇ ਨਾਲ ਕੋਈ ਕੰਮ ਕਰ ਰਿਹਾ ਹੋਰ ਵੀ ਤੁਸੀਂ ਦੇਖ ਲਿਓ, that's an insult to you। ਵੀ ਇੱਕ ਤੇ ਮੈਨੂੰ ਬੁਲਾਇਆ ਤੇ ਮੇਰੇ ਨਾਲ ਗੱਲ ਵੀ ਨਹੀਂ ਕਰ ਰਹੇ ਤੇ ਦੂਜਾ ਮੈਨੂੰ ਕਹਿ ਰਹੇ ਨੇ ਤੇਰੇ ਫੇਵਰ ਦੇ ਵਿੱਚ ਹੈ। ਸੋ ਇੱਦਾਂ ਨਹੀਂ ਕਰਨਾ ਚਾਹੀਦਾ। ਕਿਸਾਨ ਬਹੁਤ ਹੀ ਇੰਪੋਰਟੈਂਟ ਪਾਰਟ ਨੇ ਆਪਣੀ ਪੰਜਾਬ ਦਾ ਜਾਂ ਇੰਡੀਆ ਦਾ, ਸਾਰੇ ਕਿਤੇ ਦਾ। ਇਹ ਸਾਰੇ ਦੇਸ਼ ਦਾ ਢਿੱਡ ਭਰਦੇ ਨੇ। ਸਾਨੂੰ ਕੋਈ ਹੱਕ ਨਹੀਂ ਅਸੀਂ ਉਹਨਾਂ ਦੇ ਢਿੱਡ ਤੇ ਲੱਤ ਮਾਰੀਏ, ਤੇ ਜੇ ਕੋਈ ਮਾਰਦਾ ਹੈ ਐਜ਼ ਅ ਗੁੱਡ ਸਿਟੀਜ਼ਨ ਸਾਨੂੰ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਮੈਨੂੰ ਕਿਸੇ ਨੇ ਪੁੱਛਿਆ ਕਿ ਵੀ ਤੁਸੀਂ ਇੱਥੇ ਰੈਲੀਆਂ ਕਰਦੇ ਹੋ ਇਹਦਾ ਕੀ ਫਾਇਦਾ? ਕਿਸੇ ਨੇ ਇਹ ਵੀ ਕਿਹਾ ਸੀ 10 ਮਿੰਟ ਲੇਟ ਹੋ ਗਏ ਸੀ, ਰੈਲੀ ਲੰਘ ਰਹੀ ਸੀਗੀ। ਮੇਰਾ ਸਵਾਲ ਉਹਨਾਂ ਲੋਕਾਂ ਨੂੰ ਹੈ ਕਿ ਜੇ ਇਹ ਤੁਹਾਨੂੰ ਨਹੀਂ ਹੋਇਆ, ਜੇ ਇਹ ਤਕਲੀਫ ਤੁਹਾਨੂੰ ਨਹੀਂ ਹੈ, ਇਹਦਾ ਮਤਲਬ ਇਹ ਨਾ ਸਮਝੋ ਕਿ ਹੈ ਨਹੀਂ ਗੀ ਕਿਸੇ ਨੇ। ਇਹ ਦੇਖੋ, ਜਿਵੇਂ ਕਹਿੰਦੇ ਨੇ ਜਦੋਂ ਆਜ਼ਾਦੀ ਲਈ ਗਈ ਉਹਦੇ ਵਿੱਚ ਕਹਿੰਦੇ ਨੇ ਕਿ ਗਾਂਧੀ ਜੀ ਦਾ ਬੜਾ ਵੱਡਾ ਪਾਰਟ ਸੀ, ਉਹਨਾਂ ਨੇ ਪੀਸ ਮਾਰਚ ਹੀ ਕੀਤੇ ਸੀਗੇ ਨਾ। ਸੋ ਇਹ ਸ਼ਾਂਤੀ ਦੇ ਨਾਲ ਤੇ ਬੜੇ ਕੋਵਿਡ ਨੂੰ ਧਿਆਨ ਨਾਲ ਰੱਖਦਿਆਂ ਹੋਇਆਂ ਇਹ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਇਹਨਾਂ 'ਚ ਪਾਰਟਿਸਿਪੇਟ ਕਰੋ। ਇਹ ਬਹੁਤ ਵੱਡਾ ਮੈਸੇਜ ਭੇਜਦੀਆਂ ਨੇ ਇੰਡੀਆ ਕਿ ਦੁਨੀਆ 'ਤੇ ਜਿੱਥੇ ਜਿੱਥੇ ਵੀ ਕੋਈ ਫਾਰਮਰ ਨੂੰ ਸਪੋਰਟ ਕਰਨ ਵਾਲਾ ਬੰਦਾ ਬੈਠਾ ਹੈ ਉਹ ਤੁਹਾਡੇ ਖਿਲਾਫ ਬੋਲ ਰਿਹਾ ਇਸ ਵੇਲੇ। ਇਹ ਮੈਸੇਜ ਜਾਣਾ ਬਹੁਤ ਜ਼ਰੂਰੀ ਹੈ ਉੱਥੇ, ਕਿਉਂਕਿ ਜਦੋਂ ਕੋਈ ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK 'ਚ ਰੈਲੀ ਹੁੰਦੀ ਹੈ ਉਹ ਫਟਾਫਟ ਉੱਥੋਂ ਦਾ ਮੀਡੀਆ ਉਹਨੂੰ ਕਵਰ ਕਰਦਾ ਹੈ ਤੇ ਉਹ ਫਿਰ ਇੰਡੀਆ ਵਾਲੇ, ਵੈਸੇ ਤਾਂ ਇੰਡੀਆ ਮੀਡੀਆ ਮੈਨੂੰ ਨਹੀਂ ਸਮਝ ਆਉਂਦੀ ਹਾਊ ਡੂ ਦੇ ਵਰਕ, ਬਟ ਫਿਰ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਥਰੂ, WhatsApp ਦੇ ਥਰੂ ਇਹ ਸ਼ੇਅਰ ਹੋ ਜਾਂਦਾ ਹੈ ਕਿ ਹਾਂ ਉੱਥੇ ਵੀ ਬੜੀ ਕਾਮਯਾਬ ਉਹਨਾਂ ਨੇ ਰੈਲੀ ਕੀਤੀ। ਤੇ ਜਿਹੜੇ ਉੱਥੇ ਬੈਠੇ ਕਿਸਾਨ ਨੇ ਸੜਕਾਂ 'ਤੇ ਜਿਹੜੇ ਧਰਨੇ ਦੇ ਕੇ ਬੈਠੇ ਹੋਏ ਨੇ ਉਹਨਾਂ ਦੇ ਮੋਰਾਲ ਨੂੰ ਬੂਸਟ ਮਿਲਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ, ਸਾਡੇ ਨਾਲ ਹੋਰ ਵੀ ਬਹੁਤ ਨੇ ਹੈ। ਹਾਂਜੀ, ਬਿਲਕੁਲ, ਕਾਫੀ ਮੋਟੀਵੇਟਡ ਹੈਗਾ ਤੁਹਾਡਾ ਮਿਸ਼ਨ ਹੈ ਜੋ ਵੀ ਤੁਸੀਂ ਕਰ ਰਹੇ ਹੋ। ਮੀਕਾ ਜੀ, ਮੈਨੂੰ ਤੁਸੀਂ ਇਹਦੇ ਵਿੱਚ ਥੋੜ੍ਹਾ ਆਪਾਂ ਆਪਣੇ ਟੌਪਿਕ 'ਤੇ ਆਉਂਦੇ ਹਾਂ ਕਿ ਵਿਮਨ ਇਹਦੇ ਵਿੱਚ ਕੀ ਕੰਟਰੀਬਿਊਟ ਕਰ ਸਕਦੀਆਂ ਨੇ, ਖਾਸ ਕਰਕੇ ਆਪਣੇ ਇੱਥੇ ਪੀਲ ਰੀਜਨ ਦੇ ਵਿੱਚ ਜਿੱਥੇ ਥੋੜ੍ਹੀਆਂ ਰੈਲੀਜ਼ ਚੱਲਦੀਆਂ ਨੇ, ਟੋਰਾਂਟੋ ਏਰੀਆ ਦੇ ਵਿੱਚ। ਤੁਸੀਂ ਜੇ ਵਿਮਨ ਨੂੰ ਕਿੱਦਾਂ ਮੋਟੀਵੇਟ ਕਰ ਸਕਦੇ ਹੋ ਕਿ ਉਹ ਇਸ ਰੈਲੀਜ਼ ਦਾ ਹਿੱਸਾ ਬਣ ਸਕਦੀਆਂ ਨੇ? ਆਫ ਕੋਰਸ, ਮੈਂ ਨਾ ਹਮੇਸ਼ਾ ਆਮ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ। ਕੋਈ ਵੀ ਰੈਲੀ ਨਿਕਲਦੀ ਉੱਥੇ ਮੈਂ ਦੇਖਦੀ ਹਾਂ ਕਿ ਮੋਸਟਲੀ ਬੰਦੇ ਹੀ ਹੁੰਦੇ ਨੇ, ਹੈ ਨਾ। ਤੇ ਮੈਂ ਪਹਿਲਾਂ ਸਾਰੀਆਂ ਔਰਤਾਂ ਨੂੰ ਮੇਰਾ ਇੱਕ ਸਵਾਲ ਹੈ, ਇਹ ਜਿਹੜਾ ਆਰਡੀਨੈਂਸ ਪਾਸ ਹੋਇਆ ਹੈ ਇਹ ਸਾਨੂੰ ਕਿਉਂ ਨਹੀਂ ਇਫੈਕਟ ਕਰਦਾ? ਤੁਸੀਂ ਇਹ ਕਿਉਂ ਸੋਚਦੇ ਹੋ ਵੀ ਇਹ ਬੰਦਿਆਂ ਨੂੰ ਇਫੈਕਟ ਕਰਦਾ ਹੈ? ਜੇ ਤੁਸੀਂ ਸੋਚਦੇ ਹੋ ਸਾਨੂੰ ਇਫੈਕਟ ਕਰਦਾ ਹੈ ਤੇ ਫਿਰ ਤੁਸੀਂ ਇਹਦੇ ਵਿੱਚ ਜ਼ਰੂਰ ਆਇਆ ਕਰੋ। ਤੁਸੀਂ ਮਤਲਬ ਆ ਕੇ ਖੜਨਾ ਹੀ ਹੁੰਦਾ ਹੈ ਨਾ। ਤੁਸੀਂ ਇੱਕ ਦਿਨ ਦੇ ਵਿੱਚ, ਠੀਕ ਹੈ ਸਾਰਿਆਂ ਦਾ ਜੀ ਕਰਦਾ ਵੀ ਮੈਂ ਚਾਹ ਪੀ ਕੇ ਰਜਾਈ ਲੈ ਕੇ TV ਦੇ ਅੱਗੇ ਬਹਿ ਜਾਵਾਂ, ਹੈ ਨਾ। ਜਿਹੜੇ ਇਹ ਲੋਕੀ ਕਰ ਰਹੇ ਨੇ ਇਹਨਾਂ ਦਾ ਵੀ ਐਂ ਜੀ ਕਰਦਾ, ਬਟ ਉਹ ਸਾਰੇ ਆਉਂਦੇ ਨੇ ਕਿਉਂਕਿ ਅਸੀਂ ਭਵਿੱਖ ਬਾਰੇ ਸੋਚ ਰਹੇ ਹਾਂ। ਜਿਹੜੇ ਨਹੀਂ ਆਉਂਦੇ ਉਹ ਸਿਰਫ ਅੱਜ ਦਾ ਸੋਚਦੇ ਨੇ। ਉਹ ਸੋਚਦੇ ਨੇ ਜਦੋਂ ਸਾਨੂੰ ਹੋਏਗੀ ਦੇਖੀ ਜਾਏਗੀ, ਫਿਰ ਜਦੋਂ ਸਾਨੂੰ ਹੁੰਦੀ ਹੈ ਫਿਰ ਕੋਈ ਨਾਲ ਖੜਦਾ ਨਹੀਂ, ਫਿਰ ਵੀ ਆਪਾਂ ਬੋਲਦੇ ਹਾਂ। ਪਰ ਮੇਰੀ ਆਪਣੀਆਂ ਭੈਣਾਂ ਨੂੰ ਇੱਕ ਰਿਕੁਐਸਟ ਹੈ, ਭਾਵੇਂ ਥੋੜ੍ਹਾ ਬਹੁਤਾ 5 ਮਿੰਟ ਲਈ, 10 ਮਿੰਟ ਲਈ, ਜਾਂ ਥੋੜ੍ਹਾ ਬੀ ਇਨਫੋਰਮਡ
ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ, ਕਿਉਂਕਿ ਸਾਨੂੰ ਸਾਡੇ ਕੋਈ ਚਾਚਾ, ਤਾਇਆ, ਬਾਪ, ਫੁੱਫੜ, ਮਾਸੜ ਕੋਈ ਨਾ ਕੋਈ ਤਾਂ ਉੱਥੇ ਬੈਠਾ ਇਫੈਕਟ ਹੋ ਰਿਹਾ ਹੈ ਨਾ। ਜਦੋਂ ਕਿਸੇ ਨੂੰ ਉੱਥੇ ਬੁਖਾਰ ਚੜ੍ਹਦਾ ਜਾਂ ਕਿਸੇ ਦੀ ਕੋਈ ਬਿਮਾਰੀ ਲੱਗਦੀ, ਆਪਾਂ ਹਾਲ ਚਾਲ ਪੁੱਛਦੇ ਹਾਂ ਨਾ। ਸੋ ਇੱਦਾਂ ਹੀ ਇਹ ਇੱਕ ਬੜੀ ਵੱਡੀ ਉਹਨਾਂ ਨੂੰ ਸੱਟ ਵੱਜੀ ਹੈ ਆਪਣੀ ਸਰਕਾਰ ਕੋਲੋਂ, ਅਤੇ ਸਾਨੂੰ ਉਹਦਾ ਦਰਦ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ, ਔਰ ਉਸ ਦਰਦ ਨੂੰ ਮਹਿਸੂਸ ਕਰਕੇ ਉਹਦੇ ਖਿਲਾਫ ਹਾਂ ਦਾ ਨਾਰਾ ਮਾਰਨਾ ਉਦੋਂ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਅਲਟੀਮੇਟਲੀ ਜੋ ਵੀ ਹੈ ਵੂਮਨ ਜੋ ਹੈ ਉਸ ਇੱਕ ਪਰਿਵਾਰ ਦਾ ਹਿੱਸਾ ਆ, ਰਾਈਟ। ਜੇ ਉਹ ਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਹੈ ਤਾਂ ਅਲਟੀਮੇਟਲੀ ਜੋ ਵੀ ਕਹਿ ਲਓ ਮਾਹੌਲ ਬਣਦੇ ਨੇ, ਜੋ ਵੀ ਇਨਕਮ ਆਉਂਦੀ ਆ ਉਹਦੇ ਨਾਲ ਇਫੈਕਟਡ ਤਾਂ ਸਾਰੀ ਫੈਮਿਲੀ ਹੁੰਦੀ ਆ ਨਾ, ਤਾਂ ਵੂਮਨ ਇਜ਼ ਅ ਪਾਰਟ ਆਫ ਦਾ ਫੈਮਿਲੀ। ਸੋ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਉਹ ਵੀ ਇਸ ਚੀਜ਼ ਨਾਲ ਇਫੈਕਟਡ ਹੈਗੀ ਆ। ਸੋ ਜਿਹੜੀਆਂ ਵੀ ਵੂਮਨ ਮੇਰੀਆਂ ਧੀਆਂ ਭੈਣਾਂ ਜੋ ਵੀ ਇਸ ਟਾਈਮ ਇਸ ਪ੍ਰੋਗਰਾਮ ਨੂੰ ਵੇਖ ਰਹੀਆਂ ਨੇ, ਰਾਈਟ, ਉਹਨਾਂ ਤੋਂ ਜ਼ਰੂਰ ਇਹ ਚੀਜ਼ ਅਰਜ਼ ਕਰਾਂਗੇ ਕਿ ਜਦੋਂ ਵੀ ਇਹ ਜਿਹੀਆਂ ਰੈਲੀਆਂ ਹੁੰਦੀਆਂ ਨੇ ਤਾਂ ਆਪਣਾ 5-7 ਮਿੰਟ ਕੱਢ ਕੇ ਜ਼ਰੂਰ ਇਹਦੇ ਵਿੱਚ ਆਇਆ ਕਰੋ, ਜ਼ਰੂਰ ਆਪਣਾ ਹਿੱਸਾ ਪਾਓ, ਜ਼ਰੂਰ ਆਪਣਾ ਯੋਗਦਾਨ ਪਾਓ। ਕਿ ਮੈਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੀਕਾ ਜੀ ਨੇ ਇੱਕ ਕਹਾਣੀ ਸੁਣਾਈ ਸੀ, ਇੱਕ ਚਿੜੀ ਜਿਹੜੀ ਇੱਕ ਜੰਗਲ ਨੂੰ ਅੱਗ ਲੱਗ ਜਾਂਦੀ ਆ ਅਤੇ ਆਪਣੀ ਚੁੰਝ 'ਚ ਪਾਣੀ ਲੈ ਕੇ ਜੰਗਲ ਦੀ ਅੱਗ ਬੁਝਾਉਂਦੀ ਆ, ਤਾਂ ਲੋਕ ਉਹਨੂੰ, ਬਾਕੀ ਦੇ ਪੰਛੀ ਉਹਨੂੰ ਪੁੱਛਦੇ ਆ ਵੀ ਤੇਰੀ ਇੰਨੀ ਕੁ ਚੁੰਝ 'ਚ ਪਾਣੀ ਕਿੰਨਾ ਕੁ ਆਉਂਦਾ ਅਤੇ ਤੂੰ ਜੰਗਲ ਦੀ ਅੱਗ ਇਹਦੇ ਨਾਲ ਬੁਝਾ ਦੇਂਗੀ। ਤਾਂ ਚਿੜੀ ਅੱਗੋਂ ਕਹਿੰਦੀ ਆ ਵੀ ਹਾਂ ਮੈਨੂੰ ਪਤਾ ਆ ਵੀ ਪਾਣੀ ਬਹੁਤ ਬੂੰਦ ਨਾਲ ਤੇ ਅੱਗ ਨਹੀਂ ਬੁਝਣੀ ਜੰਗਲ ਦੀ, ਪਰ ਐਟਲੀਸਟ ਜਦੋਂ ਹਿਸਟਰੀ ਲਿਖੀ ਜਾਊਗੀ ਤਾਂ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ 'ਚ ਆਊਗਾ, ਸਾਹਮਣੇ ਬਹਿ ਕੇ ਤਮਾਸ਼ਾ ਵੇਖਣ ਵਾਲਿਆਂ 'ਚ ਨਹੀਂ ਆਊਗਾ। ਸੋ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਨਾਲ ਕਿ ਬੇਸ਼ੱਕ ਮੇਰੇ ਤੁਹਾਡੇ ਜਾਂ ਇੱਕ ਕੋਈ ਵੀ ਕਿਸੇ ਵੀ ਔਰਤ ਨਾਲ ਜਾਂ ਕਿਸੇ ਇੱਕ ਬੰਦੇ ਦੇ ਕਹਿ ਲਓ ਐਫਰਟਸ ਦੇ ਨਾਲ ਇਹ ਜਿਹੜਾ ਆਰਡੀਨੈਂਸ ਆ ਮੇ ਬੀ ਇਹਦੇ 'ਤੇ ਇੰਨਾ ਇਫੈਕਟ ਨਾ ਪਵੇ, ਬਟ ਐਟਲੀਸਟ ਸਾਨੂੰ ਸਾਡਾ ਨਾਂ ਤਾਂ ਆਊਗਾ ਕਿ ਅਸੀਂ ਇਹਦੇ ਖਿਲਾਫ ਲੜੇ ਸੀ ਜਾਂ ਇਹਦੇ ਖਿਲਾਫ ਆਵਾਜ਼ ਉਠਾਈ ਸੀ ਤੇ ਸਾਨੂੰ ਇਹ ਨਾ ਮਨਜ਼ੂਰ ਸੀ, ਰਾਈਟ। ਸੋ ਹੈਡਸ ਅਪ ਟੂ ਯੂ ਮੀਕਾ, ਐਂਡ ਰੀਅਲੀ ਆਈ ਐਪਰੀਸ਼ੀਏਟਡ, ਐਂਡ ਆਈ ਹੋਪ ਕਿ ਤੁਸੀਂ ਫਿਊਚਰ ਦੇ ਵਿੱਚ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਰੈਲੀਆਂ ਹੁੰਦੀਆਂ ਰਹਿਣਗੀਆਂ ਸਾਨੂੰ ਜ਼ਰੂਰ ਅਪਡੇਟ ਕਰੋਗੇ, ਅਤੇ ਅਸੀਂ ਜ਼ਰੂਰ ਆਪਣੇ ਵਿਊਅਰਸ ਨਾਲ ਵੀ ਉਹ ਅਪਡੇਟ ਸ਼ੇਅਰ ਕਰਾਂਗੇ, ਅਤੇ ਬਹੁਤ ਸਾਰੇ ਜਿੰਨੇ ਵੀ ਹੋ ਸਕਣਗੇ ਸਾਡੇ ਇੱਥੋਂ ਦਾ ਤੁਹਾਨੂੰ ਸਪੋਰਟ ਵਿੱਚ ਜ਼ਰੂਰ ਤੁਹਾਡੇ ਸਪੋਰਟ 'ਚ ਖੜਾਂਗੇ। ਸੋ ਵਨਸ ਅਗੇਨ ਥੈਂਕ ਯੂ ਸੋ ਮਚ ਮੀਕਾ, ਐਂਡ ਤੁਸੀਂ ਸਾਡੇ ਨਾਲ ਆਪਣੇ ਇੰਨੇ ਸੋਹਣੇ ਵਿਚਾਰ ਸਾਂਝੇ ਕੀਤੇ, ਐਂਡ ਰੀਅਲੀ ਐਪਰੀਸ਼ੀਏਟਡ। ਥੈਂਕ ਯੂ ਸੋ ਮਚ ਰਵੀ, ਤੁਸੀਂ ਮੈਨੂੰ ਟਾਈਮ ਦਿੱਤਾ ਤਾਂ ਕਿ ਇਹ ਮੇਰੇ ਵਿਚਾਰ ਉੱਥੇ ਪਹੁੰਚ ਸਕਣ ਜਿੱਥੇ ਕਿ ਇਹਨਾਂ ਦੀ ਬਹੁਤ ਲੋੜ ਹੈ। ਸੋ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੀ ਹਾਂ ਕਿ ਜਦੋਂ ਵੀ ਕੁਛ ਚੰਗਾ ਹੁੰਦਾ ਦੇਖੋ ਤੇ ਉਹਨੂੰ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ, ਤੇ ਜੇ ਮਾੜਾ ਹੁੰਦਾ ਤੁਹਾਨੂੰ ਲੱਗਦਾ ਹੈ ਕਿ ਹੋ ਰਿਹਾ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ, ਤੇ ਜੇ ਉਹਨੂੰ ਰੋਕਣ ਦੇ ਵਿੱਚ ਕੁਛ ਮਾੜੀ ਮੋਟੀ ਵੀ ਤੁਸੀਂ ਚਿੜੀ ਦੀ ਚੁੰਝ ਜਿੰਨਾ ਪਾਣੀ ਪਾ ਸਕਦੇ ਹੋ, ਇਟ ਮੈਟਰਸ ਅ ਲੋਟ, ਤੁਹਾਡਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਆਏਗਾ। ਬਿਲਕੁਲ, ਯਾ ਸੋ ਬਿਲਕੁਲ ਠੀਕ ਹੈ ਜੀ। ਤੁਸੀਂ ਚੰਗੀ ਗੱਲ ਨੂੰ ਚੰਗਾ ਅਤੇ ਮਾੜੀ ਗੱਲ ਨੂੰ ਮਾੜਾ ਰੱਖਣ ਦਾ ਜ਼ਿਗਰਾ ਜ਼ਰੂਰ ਹੋਣਾ ਚਾਹੀਦਾ ਆ, ਅਤੇ ਸਟੈਂਡ ਅਪ ਜ਼ਰੂਰ ਕਰਨਾ ਚਾਹੀਦਾ ਆ ਉਸ ਦੇ ਨਾਲ। ਸੋ ਮਾਈ ਪਲੇਜ਼ਰ ਮੀਕਾ ਟੂ ਹੈਵ ਯੂ ਹੀਅਰ, ਐਂਡ ਹੋਪ ਕਰਾਂਗੇ ਤੁਹਾਨੂੰ ਫਿਊਚਰ 'ਚ ਵੀ ਇੱਥੇ ਬੁਲਾਵਾਂਗੇ ਜ਼ਰੂਰ ਜੀ। ਸੋ ਵਿਊਅਰਸ, ਆਈ ਹੋਪ ਤੁਹਾਨੂੰ ਮੇਰੀ ਅੱਜ ਦੀ ਇਹ ਐਨਰਜੈਟਿਕ ਪ੍ਰੈਜੈਂਟੇਸ਼ਨ ਜ਼ਰੂਰ ਪਸੰਦ ਆਈ ਹੋਏਗੀ। ਜੇ ਤੁਹਾਡੇ ਕੋਈ ਵੀ ਇਸ ਟੌਪਿਕ 'ਤੇ ਸੁਝਾਅ ਨੇ ਜਾਂ ਵਿਚਾਰ ਨੇ, ਤੁਸੀਂ ਮੈਨੂੰ ਮੇਰੇ ਨੰਬਰ 6477807772 'ਤੇ ਕੰਟੈਕਟ ਕਰ ਸਕਦੇ ਹੋ। ਤੁਸੀਂ ਬੌਬ ਦਸਾਂਝ ਨੂੰ ਵੀ ਕਾਲ ਕਰ ਸਕਦੇ ਹੋ, ਉਹਨਾਂ ਦਾ ਨੰਬਰ ਹੈ 4164197777, ਅਤੇ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹੋ ਸਾਂਝਾ ਪੰਜਾਬ ਦੇ ਨਾਲ ਸਾਰਾ ਦਿਨ ਸਾਰੀ ਰਾਤ। ਸਤਿ ਸ਼੍ਰੀ ਅਕਾਲ।